ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਪੜ੍ਹ ਰਹੇ ਹਾਂ ਏਂਸ਼ੀਅੰਟ ਹਿਸਟਰੀ ਦੇ ਵਿੱਚ ਚੈਪਟਰ 3 ਜਿਸ ਦਾ ਨੇਮ ਹੈ ਜੈਨਿਜ਼ਮ ਐਂਡ ਬੁੱਧਿਜ਼ਮ, ਜਾਣੀ ਕਿ ਜੈਨ ਅਤੇ ਬੁੱਧ ਮਤ। ਇਸ ਤੋਂ ਪਹਿਲਾਂ ਆਪਾਂ ਵੈਦਿਕ ਏਜ ਨੂੰ ਡਿਸਕਸ ਕਰ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਨੇ ਉਹਨਾਂ ਦਾ ਜੋ ਵੀ ਰਿਚੁਅਲ ਸੀ, ਜੋ ਵੀ ਉਹਨਾਂ ਦਾ ਲਿਟਰੇਚਰ ਸੀ, ਉਹਦੇ ਬਾਰੇ ਡਿਸਕਸ਼ਨ ਕੀਤੀ, ਜਿਸ ਦੇ ਵਿੱਚ ਦੱਸਿਆ ਗਿਆ ਵੀ ਉਹ ਬਹੁਤ ਹੀ ਔਖਾ ਲਾਈਫ ਸਟਾਈਲ ਜਿਉਂਦੇ ਸੀ, ਜਿਸ ਦੇ ਕਰਕੇ ਜਿਹੜੇ ਲੋਕ ਸੀ ਉਹ ਬਹੁਤ ਤੰਗ ਆ ਚੁੱਕੇ ਸੀ। ਇਸ ਤੋਂ ਬਾਅਦ ਸ਼ੁਰੂਆਤ ਹੋਈ ਫਿਰ ਜੈਨ ਅਤੇ ਬੁੱਧ ਮਤ ਦੀ, ਕਿਉਂਕਿ ਇਹਨਾਂ ਨੇ ਇੱਕ ਸਿੰਪਲਿਸਿਟੀ ਦਿੱਤੀ ਜਿਹਨੂੰ ਲੋਕ ਅਪਣਾਉਣ ਲੱਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ। ਮੈਨੀ ਸੁਪਰਸਟੀਸ਼ਨਸ ਹੁੰਦਾ ਹੈਗਾ ਅੰਧ ਵਿਸ਼ਵਾਸ ਐਂਡ ਪ੍ਰੈਕਟਿਸਿਸ ਵਰ ਪ੍ਰੀਵਲੈਂਟ ਇਨ ਦ ਰਿਗਵੈਦਿਕ ਸੋਸਾਇਟੀ ਆਫ ਇੰਡੀਆ ਇਨ 6th ਸੈਂਚੁਰੀ। 6ਵੀਂ ਸਦੀ ਦੇ ਵਿੱਚ ਬਹੁਤ ਸਾਰੇ ਅੰਧ ਵਿਸ਼ਵਾਸ ਰਿਗਵੈਦਿਕ ਸੋਸਾਇਟੀ ਦੇ ਵਿੱਚ ਪ੍ਰਚਲਿਤ ਹੋ ਚੁੱਕੇ ਸੀ। ਜਿਹੜੇ ਲੋਕ ਸੀ ਉਹ ਬਹੁਤ ਹੀ ਫੈਡਅਪ ਹੋ ਚੁੱਕੇ ਸੀ, ਤੰਗ ਹੋ ਚੁੱਕੇ ਸੀ ਇਹਨਾਂ ਰੀਤੀ ਰਿਵਾਜਾਂ ਦੇ ਨਾਲ। ਤਾਂ ਇਸ ਟਾਈਮ ਤੇ ਬਹੁਤ ਸਾਰੇ ਅਲੱਗ-ਅਲੱਗ ਧਰਮਾਂ ਨੇ ਭਾਰਤ ਦੇ ਵਿੱਚ ਜਨਮ ਲਿਆ, ਜਿਵੇਂ ਕਿ ਜੈਨਿਜ਼ਮ ਤੇ ਬੁੱਧਿਜ਼ਮ ਵਰ ਦ ਮੋਸਟ ਪਪੂਲਰ ਅਮੰਗ ਦੈਮ। ਜੈਨ ਮਤ ਅਤੇ ਬੁੱਧ ਮਤ ਸਭ ਤੋਂ ਪ੍ਰਸਿੱਧ ਮੰਨੇ ਜਾਂਦੇ ਹਨ ਉਹ ਟਾਈਮ ਦੇ। ਦ ਫਾਊਂਡਰ ਆਫ ਜੈਨਿਜ਼ਮ ਵਾਜ਼ ਮਹਾਵੀਰ। ਜੈਨਿਜ਼ਮ ਦੇ ਮੋਢੀ ਮਹਾਵੀਰ ਨੂੰ ਮੰਨਿਆ ਜਾਂਦਾ ਹੈ ਅਤੇ ਬੁੱਧ ਧਰਮ ਦੇ ਵਿੱਚ ਮਹਾਤਮਾ ਬੁੱਧ ਨੂੰ ਮੰਨਿਆ ਜਾਂਦਾ ਹੈ। That is, the founder of Jainism was Mahavira and the founder of Buddhism was Mahatma Buddha. ਜੈਨਿਜ਼ਮ ਰਿਮੇਨ ਲਿਮਿਟਡ ਟੂ ਇੰਡੀਆ। ਜੋ ਜੈਨ ਮਤ ਸੀ ਉਹ ਭਾਰਤ ਤੱਕ ਹੀ ਸੀਮਿਤ ਰਹੀ, ਜਦਕਿ ਜਿਹੜੀ ਬੁੱਧਿਜ਼ਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਸੀ। ਕਿਹਨਾਂ ਦੇ ਐਫਰਟਸ ਕਰਕੇ? ਅਸ਼ੋਕਾ ਤੇ ਕਨਿਸ਼ਕ ਦੇ ਐਫਰਟਸ ਕਰਕੇ ਜੋ ਬੁੱਧਿਜ਼ਮ ਹੈ ਉਹ ਬਹੁਤ ਅਬਰੋਡ ਏਰੀਏ ਤੇ ਸਪਰੈਡ ਹੋਈ। Our main source of information about Jainism and Buddhism is literature written in Prakrit and Pali languages। ठीक है, जो अपना मुख्य स्रोत है जैनिज्म ਤੇ ਬੁੱਧਿਜ਼ਮ ਦਾ ਉਹ ਆਪਾਂ ਨੂੰ ਇਹਨਾਂ ਦੇ ਲਿਟਰੇਚਰ ਤੋਂ ਦੇਖਣ ਨੂੰ ਮਿਲਦਾ ਜੋ ਕਿ ਪ੍ਰਾਕ੍ਰਿਤ ਅਤੇ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਹਨ। The 12 parts of Jain literature are most popular। ਜੋ ਜੈਨ ਲਿਟਰੇਚਰ ਦੇ ਵਿੱਚ 12 ਅੰਗ ਨੇ ਉਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ। ਤ੍ਰਿਪਿਟਕਾ ਹੈ ਜਿਹੜਾ ਉਹ ਬੁੱਧਿਜ਼ਮ ਦੀ ਫੇਮਸ ਬੁੱਕ ਹੈ, ਜਾਣੀ ਕਿ ਪ੍ਰਸਿੱਧ ਗ੍ਰੰਥ ਹੈ। ਤਾਂ ਇਹ ਲਿਟਰੇਚਰ ਨੇ ਜਿਨ੍ਹਾਂ ਦੇ ਨਾਲ ਆਪਾਂ ਨੂੰ ਜੈਨਿਜ਼ਮ ਤੇ ਬੁੱਧਿਜ਼ਮ ਦੀ ਹਿਸਟਰੀ ਦੇ ਰਿਲੇਟਡ ਨੌਲੇਜ ਮਿਲਦੀ ਹੈ, ਇਨਫੋਰਮੇਸ਼ਨ ਮਿਲਦੀ ਹੈ। ਇਹ ਕਿਹੜੀਆਂ ਲੈਂਗੁਏਜਸ ਦੇ ਵਿੱਚ ਨੇ? ਪਾਲੀ ਤੇ ਪ੍ਰਾਕ੍ਰਿਤ ਦੇ ਵਿੱਚ ਲਿਖੀਆਂ ਗਈਆਂ ਹਨ। ਉਸ ਟਾਈਮ ਤੇ ਪੋਲੀਟੀਕਲ ਕੰਡੀਸ਼ਨ ਜਾਨੀ ਕਿ ਰਾਜਨੀਤਿਕ ਹਾਲਤ ਕਿਸ ਤਰੀਕੇ ਦੀ ਸੀ? ਮਗਧ ਕਿੰਗਡਮ ਵਾਜ਼ ਦ ਮੋਸਟ ਪਾਵਰਫੁਲ ਕਿੰਗਡਮ ਇਨ ਨਾਰਥ ਇੰਡੀਆ। ਉੱਤਰੀ ਭਾਰਤ ਦੇ ਵਿੱਚ ਜੋ ਮਗਧ ਸੀ ਉਹ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀ। ਬਿੰਬੀਸਾਰ ਐਂਡ ਅਜਾਤ ਸ਼ਤਰੂ ਵਰ ਟੂ ਗ੍ਰੇਟ ਰੂਲਰਸ ਆਫ ਦਿਸ ਕਿੰਗਡਮ। ਬਿੰਬੀਸਾਰ ਤੇ ਅਜਾਤ ਸ਼ਤਰੂ ਇਹ ਰਾਜ ਦੇ ਮਹਾਨ ਸ਼ਾਸਕ ਸੀ। ਠੀਕ ਹੈ, ਇਹ ਦੋਵੇਂ ਹੀ both these kings were free from the influence of Brahmins। ਜੋ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਇਹ ਮੁਕਤ ਸੀ। ਬ੍ਰਾਹਮਣ ਕੌਣ ਸੀ? ਬ੍ਰਾਹਮਣ ਰਿਗਵੈਦਿਕ ਏਜ ਦੇ ਵਿੱਚ ਆਪਣੇ ਆਪ ਨੂੰ ਅਪਰ ਕਾਸਟ ਦੇ ਸਮਝਦੇ ਸੀ ਤੇ ਇਹਨਾਂ ਨੇ ਬਹੁਤ ਸਾਰੇ ਰੀਤੀ ਰਿਵਾਜ ਰਿਚੁਅਲਸ ਫੋਲੋ ਕਰਨ ਨੂੰ ਕਿਹਾ ਸੀ ਲੋਕਾਂ ਨੂੰ, ਜੋ ਕਿ ਬਹੁਤ ਹੀ ਔਖੇ ਸੀ। ਤਾਂ ਜੋ ਇਹ ਦੋ ਰੂਲਰਸ ਨੇ ਇਹ ਬ੍ਰਾਹਮਣਾਂ ਦੇ ਪ੍ਰਭਾਵ ਤੋਂ ਮੁਕਤ ਸੀ। Therefore, it was necessary to raise a voice against the false propaganda being done by Brahmins in this state and prevailing evils in the society। ਇਸ ਲਈ ਇਸ ਰਾਜ ਵਿੱਚ ਜੋ ਵੀ ਬ੍ਰਾਹਮਣਾਂ ਦੁਆਰਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀ, ਸਮਾਜ ਦੇ ਵਿੱਚ ਬੁਰਾਈਆਂ ਫੈਲਾਈਆਂ ਜਾ ਰਹੀਆਂ ਸੀ, ਉਹਨਾਂ ਦੇ ਪ੍ਰਤੀ ਕੋਈ ਆਵਾਜ਼ ਉਠਾਉਣੀ ਜ਼ਰੂਰੀ ਸੀ, ਬੁਲੰਦ ਹੋਣੀ ਜ਼ਰੂਰੀ ਸੀ। ਠੀਕ ਹੈ, ਤਾਂ ਬਿੰਬੀਸਾਰ ਐਂਡ ਅਜਾਤ ਸ਼ਤਰੂ ਨੇ ਬੁੱਧਿਜ਼ਮ ਤੇ ਜੈਨਿਜ਼ਮ ਦਾ ਬਹੁਤ ਸਾਥ ਦਿੱਤਾ। ਟੇਕਿੰਗ ਐਡਵਾਂਟੇਜ ਆਫ ਸਚ ਅ ਸਿਚੁਏਸ਼ਨ। ਇਸ ਤਰੀਕੇ ਦੀ ਸਿਚੁਏਸ਼ਨ ਦਾ ਫਾਇਦਾ ਉਠਾਉਂਦੇ ਹੋਏ ਜੈਨਿਜ਼ਮ ਤੇ ਬੁੱਧਿਜ਼ਮ ਨੇ ਮਗਧ ਦੇ ਵਿੱਚ ਬਹੁਤ ਸਾਰਾ ਪ੍ਰਚਾਰ ਕੀਤਾ। ਹੁਣ ਮਗਧ ਹੀ ਜਿਹੜਾ ਸੈਂਟਰਲ ਪਾਵਰ ਸੀ ਜਿਹੜੀ ਭਾਰਤ ਦੀ ਉਸ ਟਾਈਮ ਤੇ ਮਗਧ ਦੇ ਵਿੱਚ ਹੁੰਦੀ ਸੀ, ਤਾਂ ਪੂਰੇ ਇੰਡੀਆ ਦੇ ਵਿੱਚ ਜੈਨਿਜ਼ਮ ਤੇ ਬੁੱਧਿਜ਼ਮ ਫੈਲ ਚੁੱਕਿਆ ਸੀ, ਕਿਉਂਕਿ ਮਗਧ ਦੇ ਵਿੱਚ ਇਹ ਬਹੁਤ ਪਪੂਲਰ ਹੋ ਚੁੱਕਿਆ ਸੀ ਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਰਿਗਵੈਦਿਕ ਰਿਚੁਅਲਸ ਤੋਂ ਲੋਕ ਬਹੁਤ ਤੰਗ ਆ ਚੁੱਕੇ ਸੀ, ਤਾਂ ਉਹਨਾਂ ਨੂੰ ਇੱਕ ਸਿੰਪਲ ਲਾਈਫ ਦੀ ਬਹੁਤ ਲੋੜ ਸੀ। ਨੈਕਸਟ ਆਪਣੇ ਕੋਲ ਆਉਂਦਾ ਸੋਸ਼ਲ ਐਂਡ ਰਿਲੀਜੀਅਸ ਕੰਡੀਸ਼ਨਸ, ਜਾਣੀ ਕਿ ਸਮਾਜਿਕ ਅਤੇ ਧਾਰਮਿਕ ਹਾਲਾਤ।
ਉਸ ਟਾਈਮ ਦੇ ਵਿੱਚ ਰਿਗ ਵੈਦਿਕ ਏਜ ਤੋਂ ਬਾਅਦ ਹੀ ਜੈਨਿਜ਼ਮ ਐਂਡ ਬੁੱਧਿਜ਼ਮ ਦੀ ਸ਼ੁਰੂਆਤ ਹੋਈ। ਰਿਗ ਵੈਦਿਕ ਦੇ ਵਿੱਚ ਬਹੁਤ ਸਾਰੇ ਯੱਗ ਕਰਨੇ ਪੈਂਦੇ ਸੀ ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ, ਬਹੁਤ ਸਾਰਾ ਕਠੋਰ ਤਪ ਕਰਨਾ ਪੈਂਦਾ ਸੀ, ਇਸ ਲਈ ਬਹੁਤ ਕੰਪਲੈਕਸਿਟੀਜ਼ ਆ ਚੁੱਕੀਆਂ ਸੀ। ਐਕਸਪੈਂਸਿਵ ਰਿਲੀਜਨ, ਧਰਮ ਖਰਚੀਲਾ ਹੋ ਚੁੱਕਿਆ ਸੀ। ਜੋ ਵੀ ਉਹ ਯੱਗ ਵਗੈਰਾ ਕਰਦੇ ਸੀ ਉਹਨਾਂ ਉੱਤੇ ਬਹੁਤ ਖਰਚਾ ਆਉਂਦਾ ਸੀ ਤੇ ਟਾਈਮ ਵੀ ਬਹੁਤ ਜਾਂਦਾ ਸੀ। ਪੂਰੀ ਪਿਓਰਿਟੀ ਦੇ ਨਾਲ ਉਹਨਾਂ ਨੂੰ ਪਰਫਾਰਮ ਕਰਨੇ ਪੈਂਦੇ ਸੀ। ਕਾਸਟ ਸਿਸਟਮ, ਜਾਤੀ ਪ੍ਰਥਾ ਬਹੁਤ ਪ੍ਰਚਲਿਤ ਹੋ ਚੁੱਕੀ ਸੀ, ਜਿਵੇਂ ਕਿ ਇੰਡਸ ਸਿਵਲਾਈਜੇਸ਼ਨ ਦੇ ਵਿੱਚ ਤੇ ਅਰਲੀ ਵੈਦਿਕ ਸਿਵਲਾਈਜੇਸ਼ਨ ਦੇ ਵਿੱਚ ਸਿਰਫ ਆਕਿਊਪੇਸ਼ਨ ਜਾਨੀ ਕਿ ਕੰਮਕਾਰ ਦੇ ਉੱਤੇ ਹੀ ਡਿਵਾਈਡ ਕੀਤੀ ਗਈ ਸੀ ਸੁਸਾਇਟੀ। ਬਟ ਲੇਟਰ ਵੈਦਿਕ ਏਜ ਦੇ ਵਿੱਚ ਜੋ ਸੀ ਕਾਸਟ ਸਿਸਟਮ ਜ਼ਿਆਦਾ ਵੱਧ ਚੁੱਕੀ ਸੀ। ਜਿਹੜੇ ਬ੍ਰਾਹਮਣ ਸੀ ਉਹ ਆਪਣੇ ਆਪ ਨੂੰ ਉੱਚ ਜਾਤੀ ਦੇ ਸਮਝਣ ਲੱਗ ਚੁੱਕੇ ਸੀ ਤੇ ਉਹ ਸ਼ੂਦਰ ਨੂੰ ਨੀਵੀਂ ਜਾਤੀ ਦੇ ਮੰਨਦੇ ਸੀ। ਤਾਂ ਕਾਸਟ ਸਿਸਟਮ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ। ਡਿਫਿਕਲਟ ਲੈਂਗੁਏਜ, ਜੋ ਵੀ ਉਹਨਾਂ ਦਾ ਲਿਟਰੇਚਰ ਸੀ, ਰਿਗ ਵੈਦਿਕ ਦੇ ਵਿੱਚ ਬਹੁਤ ਸਾਰੇ ਲਿਟਰੇਚਰ ਲਿਖੇ ਗਏ, ਜਿਵੇਂ ਕਿ 4 ਵੇਦ ਹੋ ਗਏ, ਰਿਗ ਵੇਦ, ਅਥਰਵ ਵੇਦ, ਯਜੁਰ ਵੇਦ, ਸਾਮ ਵੇਦ ਅਤੇ ਉਪਨਿਸ਼ਦ ਹੋ ਗਏ। ਉਹਨਾਂ ਦੀ ਜਿਹੜੀ ਭਾਸ਼ਾ ਸੀ ਉਹ ਸੰਸਕ੍ਰਿਤ ਸੀ, ਜੋ ਕਿ ਬਹੁਤ ਡਿਫਿਕਲਟ ਲੈਂਗੁਏਜ ਸੀ। ਇਟ ਇਜ਼ ਵੈਰੀ ਡਿਫਿਕਲਟ ਟੂ ਅੰਡਰਸਟੈਂਡ ਦਿਸ ਸੰਸਕ੍ਰਿਤ ਫॉर ਅ ਕਾਮਨ ਪੀਪਲ। ਠੀਕ ਹੈ, ਕੋਈ ਵੀ ਆਮ ਇਨਸਾਨ ਦੇ ਉਹ ਭਾਸ਼ਾ ਜਿਹੜੀ ਸੰਸਕ੍ਰਿਤ ਸਮਝ ਨਹੀਂ ਆ ਸਕਦੀ। ਇਸ ਲਈ ਲੋਕਾਂ ਨੂੰ ਆਪਣੇ ਜਿਹੜੀ ਹਿਸਟਰੀ ਸੀ, ਜੋ ਵੀ ਉਹਨਾਂ ਦਾ ਰਿਲੀਜਨ, ਜੋ ਵੀ ਰਿਚੁਅਲ ਉਹ ਫੋਲੋ ਕਰਦੇ ਸੀ, ਉਹਨਾਂ ਦੀ ਨੌਲੇਜ ਹੈ ਹੀ ਨਹੀਂ ਸੀ। ਠੀਕ ਹੈ, ਬਿਲੀਵ ਇਨ ਚਾਰਮ ਐਂਡ ਸਪੈਲ, ਜਾਦੂ ਟੂਣਿਆਂ ਵਿੱਚ ਵਿਸ਼ਵਾਸ ਵੱਧ ਚੁੱਕਿਆ ਸੀ। ਜਿਵੇਂ ਕਿ ਜਿਹੜਾ ਅਥਰਵ ਵੇਦ ਹੈ ਉਸ ਦੇ ਵਿੱਚ ਇਹੀ ਸਪੈਸ਼ਲ ਟੌਪਿਕ ਦੇ ਉੱਤੇ ਲਿਖਿਆ ਗਿਆ ਸੀ। ਤਾਂ ਜਿਹੜੇ ਲੋਕ ਸੀ ਉਹ ਬਹੁਤ ਹੀ ਜ਼ਿਆਦਾ ਸੁਪਰਸਟੀਸ਼ੀਅਸ ਹੋ ਚੁੱਕੇ ਸੀ, ਉਹ ਬਹੁਤ ਹੀ ਜ਼ਿਆਦਾ ਅੰਧ ਵਿਸ਼ਵਾਸੀ ਹੋ ਚੁੱਕੇ ਸੀ। ਤਾਂ ਉਸ ਸਮੇਂ ਦੇ ਵਿੱਚ ਰਿਗ ਵੈਦਿਕ, ਲੇਟਰ ਵੈਦਿਕ ਤੋਂ ਬਾਅਦ ਕੁਝ ਗ੍ਰੇਟ ਪਰਸਨੈਲਿਟੀਜ਼ ਦਾ ਜਨਮ ਹੋਇਆ। ਉਹਨਾਂ ਨੇ ਸੋਚਿਆ ਵੀ ਸੁਸਾਇਟੀ ਦੇ ਵਿੱਚ ਚੇਂਜ ਲਿਆਉਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸੁਸਾਇਟੀ ਸੀ ਜਿਹੜੀ ਉਹ ਬਹੁਤ ਹੀ ਨੈਰੋ ਮਾਈਂਡਡ ਹੋ ਚੁੱਕੀ ਸੀ, ਬਹੁਤ ਹੀ ਸੁਪਰਸਟੀਸ਼ੀਅਸ ਹੋ ਚੁੱਕੀ ਸੀ ਤੇ ਬਲੈਕ ਸਾਈਡਸ ਬਹੁਤ ਹੋ ਚੁੱਕੀਆਂ ਸੀ। ਤਾਂ ਉਹਨਾਂ ਨੇ ਇੱਕ ਬਦਲਾਵ ਲਿਆਉਣ ਦੇ ਲਈ ਕੁਝ ਨਵੇਂ ਧਰਮਾਂ ਦੀ ਸ਼ੁਰੂਆਤ ਕੀਤੀ, ਜਿਹਦੇ ਵਿੱਚ ਸਿੰਪਲਿਸਿਟੀ ਬਹੁਤ ਸੀ, ਕੁਝ ਇੰਨਾ ਜਿਹੜਾ ਯੱਗ ਵਗੈਰਾ ਫੋਲੋ ਨਹੀਂ ਸੀ ਕਰਨਾ ਪੈਂਦਾ। ਨੈਕਸਟ ਹੈ ਆਪਣੇ ਕੋਲ ਜੈਨਿਜ਼ਮ, ਜੈਨ ਧਰਮ। ਜੈਨਿਜ਼ਮ ਇਜ਼ ਕਾਊਂਟਡ ਅਮੰਗ ਦ ਮੋਸਟ ਏਸ਼ੀਅੰਟ ਰਿਲੀਜਨਸ ਆਫ ਇੰਡੀਆ। ਇਹ ਭਾਰਤ ਦੇ ਸਭ ਤੋਂ ਪ੍ਰਾਚੀਨ ਧਰਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫਸਟ ਤੀਰਥੰਕਰ ਸੀ ਜੋ ਉਹ ਰਿਸ਼ਭਨਾਥ ਸੀ। ਜਿਵੇਂ ਆਪਣੇ ਸਿੱਖ ਰਿਲੀਜਨ ਦੇ ਵਿੱਚ 10 ਗੁਰੂਜ਼ ਨੇਗੇ, ਉਵੇਂ ਹੀ ਜੈਨ ਧਰਮ ਦੇ ਵਿੱਚ ਤੀਰਥੰਕਰ ਹੁੰਦੇ ਸੀ। ਪਹਿਲਾ ਕੌਣ ਸੀ? ਰਿਸ਼ਭਨਾਥ ਸੀ। देयर वर a total of 24 ਤੀਰਥੰਕਰਸ ਆਫ ਦਿਸ ਰਿਲੀਜਨ। ਇਹ ਧਰਮ ਦੇ ਕੁੱਲ 24 ਤੀਰਥੰਕਰ ਸਨ। 23rd ਸੀ ਜੋ ਉਹ ਪਾਰਸ਼ਵਨਾਥ ਸੀ। 24th ਹੋਏ ਸਵਾਮੀ ਮਹਾਵੀਰ। ਠੀਕ ਹੈ, ਤੇ ਇਹਨਾਂ ਦੇ ਸਮੇਂ ਤੇ ਜੈਨਿਜ਼ਮ ਬਹੁਤ ਡਿਵੈਲਪਮੈਂਟ ਹੋਈ ਜੈਨਿਜ਼ਮ ਦੀ। ਇਸ ਕਰਕੇ ਸਵਾਮੀ ਮਹਾਵੀਰ ਨੂੰ ਹੀ ਰੀਅਲ ਫਾਊਂਡਰ ਮੰਨਿਆ ਜਾਂਦਾ ਹੈ ਜੈਨਿਜ਼ਮ ਦਾ, ਕਿਉਂਕਿ ਇਹਨਾਂ ਨੇ ਧਰਮ ਦਾ ਬਹੁਤ ਪ੍ਰਚਾਰ ਕੀਤਾ। ਅਲੱਗ-ਅਲੱਗ ਏਰੀਆਜ਼ ਦੇ ਵਿੱਚ ਜਾ ਕੇ ਸੋਸਾਇਟੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਸੋ ਮੇਨ ਫਾਊਂਡਰ ਹੈ, ਜੋ ਮੇਨ ਸੰਸਥਾਪਕ ਨੇ, ਉਹ ਸਵਾਮੀ ਮਹਾਵੀਰ ਨੂੰ ਹੀ ਮੰਨਿਆ ਜਾਂਦਾ ਹੈਗਾ, ਜੋ ਕਿ 24th ਤੀਰਥੰਕਰ ਸੀਗੇ ਜੈਨਿਜ਼ਮ ਦੇ। ਲਾਈਫ ਆਫ ਮਹਾਵੀਰ। ਸਵਾਮੀ ਮਹਾਵੀਰ ਦਾ ਜੀਵਨ ਕਿਸ ਤਰੀਕੇ ਦਾ ਸੀ? ਉਹਨਾਂ ਦਾ ਜਨਮ ਹੁੰਦਾ ਹੈਗਾ 540 ਈਸਾ ਪੂਰਵ ਦੇ ਵਿੱਚ ਕੁੰਡਗ੍ਰਾਮ ਦੇ ਨੇੜੇ ਵਿਸ਼ਾਲੀ, ਬਿਹਾਰ ਦੇ ਵਿੱਚ। ਚਾਈਲਡਹੁੱਡ ਨੇਮ, ਉਹਨਾਂ ਦੇ ਬਚਪਨ ਦਾ ਨਾਮ ਵਰਧਮਾਨ ਸੀ। ਮਾਤਾ ਦਾ ਨਾਮ ਤ੍ਰਿਸ਼ਲਾ, ਜੋ ਕਿ ਲਿਸ਼ਵੀ ਵੰਸ਼ ਦੇ ਸ਼ਾਸਕ ਚੇਤਕ ਦੀ ਭੈਣ ਸੀ। ਠੀਕ ਹੈ, ਸ਼ੀ ਵਾਜ਼ ਅ ਸਿਸਟਰ ਆਫ ਚੇਤਕ ਹੂ ਵਾਜ਼ ਦ ਰੂਲਰ ਆਫ ਲਿਸ਼ਵੀ ਕਲੈਨ। ਐਂਡ ਫਾਦਰ ਦਾ ਨੇਮ ਸੀ ਸਿਧਾਂਤ ਐਂਡ ਹੀ ਵਾਜ਼ ਦ ਹੈਡ ਆਫ ਜੰਤਰਿਕਾ ਟ੍ਰਾਈਬ। ਉਹ ਇੱਕ ਜੰਤਰਿਕਾ ਕਬੀਲੇ ਦੇ ਮੁਖੀ ਸੀ ਤੇ ਉਹਨਾਂ ਦਾ ਵਿਆਹ ਯਸ਼ੋਦਾ ਦੇ ਨਾਲ ਹੋਇਆ। ਉਹਨਾਂ ਦੀ ਪੁੱਤਰੀ ਦਾ ਨਾਮ ਪ੍ਰਿਯਦਰਸ਼ਨਾ ਜਾਂ ਅਨੋਜਾ ਸੀ। ਕੋਈ ਡੈਫੀਨੇਟ ਇਹਦੀ ਇਨਫੋਰਮੇਸ਼ਨ ਨਹੀਂ ਮਿਲੀ, ਤਾਂ ਦੋਵੇਂ ਨੇਮ ਬੁੱਕਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਉਹਨਾਂ ਨੇ ਜਿਹੜੀ ਆਪਣੀ ਫੈਮਿਲੀ ਸੀ ਉਹਨੂੰ 30 ਸਾਲਾਂ ਦੀ ਉਮਰ ਦੇ ਵਿੱਚ ਤਿਆਗਿਆ। ਹੀ ਰਿਨਿਊਂਸੀਏਸ਼ਨ ਐਟ ਦ ਏਜ ਆਫ 30।
ਤੇ ਉਹਨਾਂ ਨੂੰ 42 ਦੀ ਏਜ ਦੇ ਵਿੱਚ ਇਨਲਾਈਟਮੈਂਟ ਹੋਈ, ਜਾਣੀ ਕਿ ਗਿਆਨ ਦੀ ਪ੍ਰਾਪਤੀ ਹੋਈ ਰਿਜੂਪਾਲਿਕਾ ਨਦੀ ਦੇ ਨੇੜੇ। ਹੀ ਪ੍ਰੀਚਡ ਫॉर ਅਬਾਊਟ 30 ਇਅਰਸ, ਉਹਨਾਂ ਨੇ ਧਰਮ ਦਾ 30 ਵਰਿਆਂ ਤੱਕ ਪ੍ਰਚਾਰ ਕੀਤਾ, ਜਾਣੀ ਕਿ 30 ਸਾਲਾਂ ਤੱਕ। ਐਂਡ ਹੀ ਅਟੇਨ ਨਿਰਵਾਣ, ਜਾਣੀ ਕਿ ਲਿਬਰੇਸ਼ਨ, ਮੁਕਤੀ। ਉਹਨਾਂ ਨੇ 72 ਏਜ ਦੀ ਉਮਰ ਦੇ ਵਿੱਚ ਮੁਕਤੀ ਪ੍ਰਾਪਤ ਕਰ ਲਈ ਸੀ 527 BC ਦੇ ਵਿੱਚ ਐਟ ਪਾਵਾ ਪਟਨਾ। ਉਹਨਾਂ ਦੀ ਟੀਚਿੰਗ, ਸਿੱਖਿਆਵਾਂ ਕੀ ਸੀ? ਉਹਨਾਂ ਨੇ ਤ੍ਰਿਰਤਨ ਦਿੱਤੇ, ਜਿਹਦੇ ਵਿੱਚ ਆਉਂਦੇ ਸੀ ਰਾਈਟ ਨੌਲੇਜ, ਰਾਈਟ ਫੇਥ, ਰਾਈਟ ਕੰਡਕਟ, ਜਾਣੀ ਕਿ ਸੱਚਾ ਗਿਆਨ ਹੋਣਾ ਚਾਹੀਦਾ ਹੈ। ਜਿਸ ਵੀ ਚੀਜ਼ ਨੂੰ ਆਪਾਂ ਮੰਨਦੇ ਹਾਂ ਉਹਦੇ ਲਈ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ, ਐਂਡ ਸੱਚਾ ਆਚਰਣ ਵੀ ਜ਼ਰੂਰੀ ਹੈ। ਅਹਿੰਸਾ ਤੋਂ ਉਹਨਾਂ ਨੇ ਰੋਕਿਆ। ਅਹਿੰਸਾ ਦਾ ਮੀਨਿੰਗ ਹੈ ਵੀ ਕਿਸੇ ਵੀ ਜੀਵ ਜੰਤੂ ਨੂੰ ਆਪਾਂ ਨੇ ਹਰਟ ਨਹੀਂ ਕਰਨਾ ਹੈਗਾ, ਠੀਕ ਹੈ। ਲਾਈਫ ਹੈ ਜਿਹੜੀ ਉਹ ਬਹੁਤ ਹੀ ਸਿੱਧੇ ਤਰੀਕੇ ਦੇ ਨਾਲ ਜਿਉਣੀ ਹੈ, ਕਿਸੇ ਵੀ ਮਾਈਕਰੋ ਆਰਗੈਨਿਜ਼ਮਸ ਨੂੰ ਨੁਕਸਾਨ ਨਹੀਂ ਦੇਣਾ ਹੈਗਾ। ਹਾਰਡ ਪੈਨੈਂਸ, ਕਠੋਰ ਤਪ ਕਰਨਾ ਫॉर ਇਨਲਾਈਟਮੈਂਟ, ਗਿਆਨ ਪ੍ਰਾਪਤੀ ਦੇ ਲਈ ਕਠੋਰ ਤਪ ਕਰਨਾ ਜ਼ਰੂਰੀ ਹੈ। ਫੇਥ ਇਨ ਕਰਮ ਥਿਊਰੀ, ਉਹ ਵੀ ਕਰਮ ਸਿਧਾਂਤ ਨੂੰ ਮੰਨਦੇ ਸੀ ਵੀ ਜਿਸ ਤਰੀਕੇ ਦਾ ਆਪਾਂ ਕਰਮ ਕਰਾਂਗੇ ਉਹੇ ਜਿਹਾ ਹੀ ਆਪਾਂ ਨੂੰ ਰਿਜ਼ਲਟ ਮਿਲੂਗਾ। ਇਫ ਵੀ ਡੂ ਗੁੱਡ ਡੀਡਸ then we get the good results of our deeds, but if we do bad deeds we get bad result of our deeds। ਜੇਕਰ ਆਪਾਂ ਚੰਗੇ ਕਰਮ ਕਰਾਂਗੇ ਤਾਂ ਉਹਨਾਂ ਦਾ ਰਿਜ਼ਲਟ ਵੀ ਆਪਾਂ ਨੂੰ ਚੰਗਾ ਮਿਲੂਗਾ, ਜੇ ਆਪਾਂ ਬੁਰੇ ਕਰਮ ਕਰਾਂਗੇ ਉਹਨਾਂ ਦਾ ਰਿਜ਼ਲਟ ਵੀ ਆਪਾਂ ਨੂੰ ਬੁਰਾ ਹੀ ਮਿਲੇਗਾ। ਸੋ ਜੈਨ ਧਰਮ ਦੇ ਲੋਕ ਕਰਮ ਥਿਊਰੀ ਨੂੰ ਮੰਨਦੇ ਨੇ। ਗੁੱਡ ਕਰੈਕਟਰ, ਸ਼ੁੱਧ ਆਚਰਣ, ਸੱਚ ਬੋਲਣਾ, ਝੂਠ ਨਹੀਂ ਬੋਲਣਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਇਹ ਸਾਰਾ ਕੁਝ ਇੱਕ ਗੁੱਡ ਕਰੈਕਟਰਸ ਦੀਆਂ ਕੁਆਲਿਟੀਜ਼ ਨੇ। ਸੋ ਜੈਨਿਜ਼ਮ ਇਹ 'ਤੇ ਵੀ ਲਾਈਟ ਪਾਉਂਦਾ ਹੈਗਾ ਵੀ ਅ ਪਰਸਨ ਸ਼ੁੱਡ ਹੈਵ ਅ ਗੁੱਡ ਕਰੈਕਟਰ। ਸੋ ਜੈਨਿਜ਼ਮ ਇਹ 'ਤੇ ਵੀ ਲਾਈਟ ਪਾਉਂਦਾ ਦੈਟ ਅ ਪਰਸਨ ਸ਼ੁੱਡ ਹੈਵ ਗੁੱਡ ਕਰੈਕਟਰ। ਵਰਸ਼ਿਪ ਆਫ 24 ਤੀਰਥੰਕਰਸ, ਜੋ ਵੀ ਉਹਨਾਂ ਦੇ 24 ਤੀਰਥੰਕਰ ਨੇ ਉਹਨਾਂ ਦੀ ਪੂਜਾ ਕਰਨੀ ਹੈ। ਸੋ ਇਹ ਉਹਨਾਂ ਦੀਆਂ ਟੀਚਿੰਗ ਸੀ। ਚੰਦਰਗੁਪਤ ਮੌਰਿਆ ਜੋ ਇੱਕ ਗ੍ਰੇਟ ਰੂਲਰ ਸੀ, ਇਹਨਾਂ ਦੇ ਬਾਰੇ ਅੱਗੇ ਡਿਸਕਸ ਕੀਤਾ ਜਾਵੇਗਾ। ਇਹਨਾਂ ਦੇ ਸਮੇਂ ਤੇ ਜੈਨਿਜ਼ਮ ਸੀ ਜਿਹੜੀ ਉਹ 2 ਹਿੱਸਿਆਂ ਦੇ ਵਿੱਚ ਵੰਡੀ ਗਈ, ਦਿਗੰਬਰ ਅਤੇ ਸ਼ਵੈਤੰਬਰ। ਇਹ ਦੋਵਾਂ ਹੀ ਸੈਕਟਸ ਦੇ ਡਿਫਰੈਂਟ ਵਿਊਜ਼ ਸੀ, ਠੀਕ ਹੈ। ਸ਼ਵੈਤੰਬਰ ਸੀ ਜਿਹੜੇ ਉਹ ਵਾਈਟ ਕਲੋਥ ਪਾਉਂਦੇ ਸੀ ਤੇ ਉਹ ਜੈਨਿਜ਼ਮ ਦੇ ਜੋ ਫਾਊਂਡਰ ਨੇ ਮਹਾਵੀਰ, ਉਹਨਾਂ ਦੀਆਂ ਟੀਚਿੰਗਸ ਨੂੰ ਫੋਲੋ ਕਰਦੇ ਸੀ। ਤੇ ਜੋ ਦਿਗੰਬਰ ਸੀ ਉਹਨਾਂ ਨੇ ਕੁਝ ਆਪਣੇ ਹੀ ਗੁਰੂ ਬਣਾ ਲਏ ਸੀਗੇ, ਠੀਕ ਹੈ। ਸੋ ਦੋਵਾਂ ਦੇ ਵਿਊਜ਼ ਦੇ ਵਿੱਚ ਅਲੱਗ-ਅਲੱਗ ਡਿਫਰੈਂਸਿਸ ਹੋ ਗਏ, ਜਿਨ੍ਹਾਂ ਕਰਕੇ ਜੈਨਿਜ਼ਮ ਨੂੰ ਬਹੁਤ ਨੁਕਸਾਨ ਹੋਇਆ। ਦ ਰੂਲਰ ਸਰਟਨਲੀ ਗੇਵ देयर ਪੈਟਰੋਨੇਜ ਟੂ ਜੈਨਿਜ਼ਮ ਬਟ ਦੇ ਫੇਲਡ ਟੂ ਟੇਕ ਜੈਨਿਜ਼ਮ ਟੂ ਦ ਹਾਈਟਸ ਆਫ ਐਡਵਾਂਸਮੈਂਟ। ਜੋ ਰੂਲਰਸ ਸੀ, ਜੋ ਰਾਜੇ ਸੀ, ਠੀਕ ਹੈ, ਜੋ ਮਹਾਨ ਸ਼ਾਸਕ ਸੀ, ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਤਾਂ ਦਿੱਤੀ ਜੈਨਿਜ਼ਮ ਨੂੰ, ਪਰ ਉਹ ਇੰਨੀ ਉਚਾਈ ਤੱਕ ਇਹ ਧਰਮ ਨੂੰ ਨਹੀਂ ਲੈ ਜਾ ਸਕਦੇ ਸੀ, ਠੀਕ ਹੈ, ਕਿਉਂਕਿ 2 ਸੈਕਸ਼ਨ ਦੇ ਵਿੱਚ ਡਿਵੀਜ਼ਨ ਹੋ ਗਈ, ਲੋਕਾਂ ਦੇ ਵਿੱਚ ਮਤਭੇਦ ਪੈਦਾ ਹੋ ਚੁੱਕੇ ਸੀ। ਸੋ ਦ ਗ੍ਰੇਟ ਰੂਲਰਸ ਵਰ ਫੇਲਡ ਇਨ ਟੇਕਿੰਗ ਦ ਜੈਨਿਜ਼ਮ ਟੂ ਦ ਹਾਈਟਸ। ਜੈਨਿਜ਼ਮ ਦੇ ਵਿੱਚ ਉਹ ਮੰਨਦੇ ਸੀ ਵੀ ਬਾਡੀ ਨੂੰ ਪੇਨ ਦੇਣਾ ਜ਼ਰੂਰੀ ਹੈ, ਸਰੀਰ ਨੂੰ ਵੱਧ ਤੋਂ ਵੱਧ ਕਸ਼ਟ ਦੇਣਾ ਜ਼ਰੂਰੀ ਹੈ, ਠੀਕ ਹੈ, ਤਾਂ ਹੀ ਉਹਨਾਂ ਨੂੰ ਮੁਕਤੀ ਮਿਲੂਗੀ, ਲਿਬਰੇਸ਼ਨ ਮਿਲੂਗੀ। ਬਾਈ ਦ ਟਾਈਮ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਉਹਨਾਂ ਨੇ ਕੁਝ ਹਿੰਦੂ ਰਿਚੁਅਲਸ ਜੋ ਵੀ ਰਿਗਵੇਦ ਦੇ ਵਿੱਚ ਦੱਸੇ ਗਏ ਸੀ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੀ। ਐਟ ਦ ਐਂਡ ਦੇ ਕੁਡ ਨਾਟ ਮੇਨਟੇਨ देयर ਟਰੂ ਐਗਜ਼ਿਸਟੈਂਸ, ਠੀਕ ਹੈ। ਜੋ ਵੀ ਉਹਨਾਂ ਦੀ ਵੱਖਰੀ ਪਛਾਣ ਉਹਨਾਂ ਨੇ ਬਣਾਈ ਸੀ, ਜੋ ਵੀ ਲਾਰਡ ਮਹਾਵੀਰ ਨੇ ਆਪਣੀਆਂ ਟੀਚਿੰਗਸ ਦੱਸੀਆਂ ਸੀ, ਜਿਹੜੇ ਉਹਨਾਂ ਦੇ ਫੋਲੋਅਰਸ ਸੀ ਉਹ ਉਹਨਾਂ ਦੀ ਵੱਖਰੀ ਪਛਾਣ ਸੀ ਜਿਹੜੀ ਉਹਨੂੰ ਕਾਇਮ ਨਾ ਰੱਖ ਸਕੇ, ਉਹ ਅਲੱਗ-ਅਲੱਗ ਬਿਲੀਫਸ ਦੇ ਵਿੱਚ ਪੈ ਚੁੱਕੇ ਸੀ। ਬੁੱਧਿਜ਼ਮ ਨੈਕਸਟ ਆਉਂਦਾ ਆਪਣੇ ਕੋਲ ਬੁੱਧ ਮਤ। ਇਹਦੇ ਫਾਊਂਡਰ ਸੀ ਮਹਾਤਮਾ ਬੁੱਧ। ਹੀ ਗੇਵ ਮੈਸੇਜ ਆਫ ਪੀਸ ਐਂਡ ਬ੍ਰਦਰਹੁੱਡ ਟੂ ਦ ਵਰਲਡ। ਉਹਨਾਂ ਨੇ ਦੁਨੀਆ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਬੁੱਧਿਜ਼ਮ ਜਲਦੀ ਹੀ ਦੁਨੀਆ ਦਾ ਸਭ ਤੋਂ ਪ੍ਰਸਿੱਧ ਧਰਮ ਬਣ ਚੁੱਕਿਆ ਸੀਗਾ। ਇਹ ਇਕੱਲੇ ਇੰਡੀਆ ਦੇ ਵਿੱਚ ਹੀ ਨਹੀਂ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹਨੂੰ ਮੰਨਿਆ ਜਾਂਦਾ। ਜਿਵੇਂ ਆਪਾਂ ਹੋਰ ਕੰਟਰੀਜ਼ ਦੀ ਗੱਲ ਕਰੀਏ, ਲਾਈਕ ਤਿੱਬਤ ਹੋ ਗਿਆ, ਚਾਈਨਾ ਹੋ ਗਿਆ,
ਹਾਂਗਕਾਂਗ, ਜਾਪਾਨ, ਸਿੰਗਾਪੁਰ ਤਾਂ ਏਸ਼ੀਆ ਦੇ ਕੁਝ ਕੰਟਰੀਜ਼ ਦੇ ਵਿੱਚ ਬੁੱਧਿਜ਼ਮ ਨੂੰ ਅੱਜ ਵੀ ਫੋਲੋ ਕੀਤਾ ਜਾਂਦਾ ਹੈ। ਜੈਨਿਜ਼ਮ ਦੀ ਗੱਲ ਕਰੀਏ ਤਾਂ ਇਹ ਆਪਾਂ ਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਤੇ ਭਾਰਤ ਦੇ ਵਿੱਚ ਸਭ ਤੋਂ ਘੱਟ ਪਰਸੈਂਟੇਜ ਦੇ ਲੋਕ ਵੀ ਜੈਨਿਜ਼ਮ ਹੀ ਹਨ। ਜਨਮ ਹੁੰਦਾ ਹੈ 567 BC ਦੇ ਵਿੱਚ ਕਪਿਲ ਵਸਤੂ ਦੇ ਨੇੜੇ ਲੁੰਬਨੀ ਦੇ ਵਿੱਚ। ਉਹਨਾਂ ਦੇ ਪਿਤਾ ਦਾ ਨਾਮ ਸ਼ੁਧੋਦਨ ਸੀ ਐਂਡ ਹੀ ਵਾਸ ਦ ਹੈਡ ਆਫ ਸ਼ਾਕਿਆ ਕਲੈਨ, ਜਾਣੀ ਕਿ ਉਹ ਸ਼ਾਕਿਆ ਗਣਰਾਜ ਦੇ ਮੁਖੀ ਸੀ ਜੋ ਕਿ ਉਸ ਟਾਈਮ ਨੇਪਾਲ ਦੇ ਵਿੱਚ ਪੈਂਦਾ ਸੀ। ਜੋ ਉਹਨਾਂ ਦਾ ਚਾਈਲਡਹੁੱਡ ਨੇਮ ਸੀ ਉਹ ਸਿਧਾਂਤ ਸੀਗਾ। ਮਦਰ ਦਾ ਨੇਮ ਮਹਾਮਾਇਆ ਸੀ। ਮੈਰਿਜ ਉਹਨਾਂ ਦੀ ਯਸ਼ੋਦਰਾ ਦੇ ਨਾਲ ਹੋਈ। ਪੁੱਤਰ ਦਾ ਨਾਮ ਰਾਹੁਲ ਸੀ ਤੇ ਉਹਨਾਂ ਨੇ ਆਪਣਾ ਜੋ ਗ੍ਰਹਿਸਥੀ ਜੀਵਨ ਸੀ ਉਹ 29 ਸਾਲ ਦੀ ਉਮਰ ਦੇ ਵਿੱਚ ਤਿਆਗਤਾ ਸੀ ਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ 35 ਸਾਲ ਦੀ ਉਮਰ ਦੇ ਵਿੱਚ ਹੋਈ ਐਟ ਬੋਧ ਗਾਇਆ, ਇੱਕ ਟਰੀ ਦੇ ਅੰਡਰ, ਤੇ ਮੰਨਿਆ ਜਾਂਦਾ ਇਹ ਪੀਪਲ ਦਾ ਟਰੀ ਸੀਗਾ। ਠੀਕ ਹੈ, ਬੋਧ ਗਾਇਆ ਦੇ ਵਿੱਚ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਇਹ ਇੰਪੋਰਟੈਂਟ ਪੁਆਇੰਟ ਹੈ। ਕਿੰਨੀ ਏਜ ਦੇ ਵਿੱਚ? 35 ਇਅਰਸ ਦੀ ਏਜ ਦੇ ਵਿੱਚ। ਲੋਰਡ ਬੁੱਧਾ ਦੀਆਂ ਕਿਹੜੀਆਂ ਸਿੱਖਿਆਵਾਂ ਸੀ? ਉਹਨਾਂ ਨੇ 4 ਨੋਬਲ ਟਰੁੱਥ ਦਿੱਤੇ, 8 ਫੋਲਡ ਪਾਥ ਦਿੱਤੇ, ਅਸ਼ਟ ਮਾਰਗ ਜਾਣੀ ਕਿ ਰਾਈਟ ਐਕਸ਼ਨ, ਸੱਚਾ ਕਰਮ ਕਰਨਾ ਚਾਹੀਦਾ, ਰਾਈਟ ਥੋਟ, ਆਪਣੇ ਵਿਚਾਰ ਸੱਚੇ ਹੋਣੇ ਚਾਹੀਦੇ ਨੇ, ਕਿਸੇ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਸੋਚ ਆਪਾਂ ਨੂੰ ਨਹੀਂ ਰੱਖਣੀ ਚਾਹੀਦੀ, ਰਾਈਟ ਬਿਲੀਫ, ਚੰਗੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ, ਰਾਈਟ ਲਿਵਿੰਗ, ਸੱਚਾ ਰਹਿਣ ਸਹਿਣ ਹੋਣਾ ਚਾਹੀਦਾ ਹੈ, ਸੱਚੇ ਵਚਨ, ਸੱਚੇ ਯਤਨ, ਸੱਚਾ ਧਿਆਨ ਤੇ ਸੱਚੀ ਸਮਾਧੀ। ਇਹ ਉਹਨਾਂ ਦੇ 8 ਫੋਲਡ ਪਾਥ ਸੀ। ਉਹ ਵੀ ਜੈਨਿਜ਼ਮ ਦੇ ਵਾਂਗੂ ਕਰਮ ਥਿਊਰੀ ਦੇ ਵਿੱਚ ਬਲੀਵ ਕਰਦੇ ਸੀ, ਕਰਮ ਸਿਧਾਂਤ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਮਹਾਤਮਾ ਬੁੱਧ ਲੈਫਟ ਹਿਸ ਬੋਡੀ ਇਨ ਡੀਪ ਸਲੀਪ ਔਨ ਦ ਫੁੱਲ ਮੂਨ ਡੇ ਐਟ ਖੁਸ਼ੀਨਗਰ ਇਨ 487 BC। ਐਟ ਦੈਟ ਟਾਈਮ ਹੀ ਵਾਸ 80 ਈਅਰਸ। ਠੀਕ ਹੈ, ਮਹਾਤਮਾ ਬੁੱਧ ਨੇ ਮੁਕਤੀ ਪ੍ਰਾਪਤ 487 BC ਦੇ ਵਿੱਚ ਕੀਤੀ। ਉਸ ਟਾਈਮ ਤੇ ਉਹ 80 ਸਾਲ ਦੇ ਸੀ ਤੇ ਉਸ ਰਾਤ ਪੂਰਨਮਾਸ਼ੀ ਵੀ ਸੀ। ਬੁੱਧਿਜ਼ਮ ਦੀ ਡਾਊਨਫਾਲ ਕਿਸ ਤਰੀਕੇ ਦੇ ਨਾਲ ਹੋਈ? ਜਿਵੇਂ ਜੈਨਿਜ਼ਮ ਦੇ ਵਿੱਚ ਵੀ ਕੰਪਲੈਕਸਿਟੀਜ਼ ਆ ਚੁੱਕੀਆਂ ਸੀ, ਉਹ ਹੌਲੀ-ਹੌਲੀ ਰਿਗਵੇਦਿਕ ਕਲਚਰ ਨੂੰ ਅਪਣਾਉਣਾ ਸ਼ੁਰੂ ਕਰਨ ਲੱਗ ਚੁੱਕੇ ਸੀ ਦੁਬਾਰਾ ਤੋਂ, ਉਵੇਂ ਹੀ ਬੁੱਧਿਜ਼ਮ ਦੇ ਵਿੱਚ ਵੀ ਕੁਝ ਕੰਪਲੈਕਸਿਟੀਜ਼ ਆਈਆਂ, ਜਿਵੇਂ ਕਿ ਕਠੋਰ ਤਪ ਕਰਨਾ ਪੈਂਦਾ ਸੀ। ਲਾਈਫ ਸੀ ਜਿਹੜੀ ਉਹ ਸਿੰਪਲ ਨਹੀਂ ਰਹੀ। ਉਹਨਾਂ ਨੂੰ ਵੀ ਬਹੁਤ ਸਾਰੇ ਜੋ ਬੁੱਧਿਜ਼ਮ ਦੇ ਰਿਚੁਅਲ ਸੀ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਸੀ। ਪੁਸ਼ਯਮਿੱਤਰ ਦਾ ਸ਼ਾਸਨ, ਬੁੱਧਿਜ਼ਮ ਦੇ ਟਾਈਮ ਤੇ ਪੁਸ਼ਯਮਿੱਤਰ ਇੱਕ ਰੂਲਰ ਹੈ, ਉਸ ਦਾ ਸ਼ਾਸਨ ਚੱਲਿਆ ਜੋ ਕਿ ਬਹੁਤ ਹੀ ਬੁੱਧਿਜ਼ਮ ਤੇ ਜੈਨਿਜ਼ਮ ਦਾ ਅਪੋਜ਼ ਕਰਦਾ ਸੀ, ਵਿਰੋਧ ਕਰਦਾ ਸੀ। ਇਨਵੈਂਸ਼ਨਸ ਆਫ ਹੁਣਾ ਦੇ ਹਮਲੇ ਕਰਕੇ ਰਾਜਪੂਤਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ। ਫਿਰ ਅੱਗੇ ਜਾ ਕੇ ਮੁਸਲਮਾਨਾਂ ਦੇ ਹਮਲੇ ਕਰਕੇ ਵੀ ਬੁੱਧਿਜ਼ਮ ਤੇ ਜੈਨਿਜ਼ਮ ਦਾ ਡਾਊਨਫਾਲ ਹੋ ਚੁੱਕਿਆ ਸੀ। ਸੋ ਇਹ ਸੀ ਆਪਣੀ ਜੈਨਿਜ਼ਮ ਐਂਡ ਬੁੱਧਿਜ਼ਮ ਦੀ ਹਿਸਟਰੀ। If you like my content and effort, please like and subscribe my channel. Thank you.